ਇੰਤਹਾਈ ਸਾਦਾ ਉਹ ਇਹ ਹੈ ਕਿ ਸਿਫਰ ਤੋਂ ਸ਼ੁਰੂ ਹੋਵੋ, ਮਿਹਨਤ ਕਰੋ, ਕਾਮਯਾਬ ਹੋ ਜਾਓਗੇ। ਜੀ ਜੀ। ਆ ਜਿਹੜੇ YouTube ਤੇ ਬੈਠੇ ਆ ਨਾ ਬੇੜਾ ਗਰਕ ਕਰਾਉਣ ਵਾਲੇ ਇਹ ਆ ਅੱਛਾ ਵੀ ਆ ਫਲਾਣਾ TMR ਪਾ ਦੋ, TMR ਪਾਇਆ 400 ਰੁਪਇਆ ਖਰਚਾ ਆਇਆ, ਬਚਣਾ ਚ ਉਹਦੇ ਚੋਂ ਕੀ ਬਚੇਗਾ? ਜੀ ਜੀ। ਜ਼ਬਰਦਸਤ। ਬੱਕਰੀ ਜੋ ਕਾਮਯਾਬ ਹੋਣਾ, ਸਸਤੀ ਬੱਕਰੀ, ਸਸਤੀ ਖੁਰਾਕ, ਜੀ ਜਿਵੇਂ ਜਿਵੇਂ ਰੱਬ ਦੇਈ ਜਾਵੇ। ਜੀ ਜੀ ਮੈਂ ਤੁਹਾਨੂੰ ਘਰ ਦੀ ਮਿਸਾਲ ਦੇ ਦਿੰਦਾ। ਜੀ। ਜਦੋਂ ਬੰਦੇ ਦੇ ਕੋਲ ਥੋੜੇ ਪੈਸੇ ਹੁੰਦੇ, ਬੰਦਾ ਕੱਲਾ ਰੋਟੀ ਨਾ ਗੁਜ਼ਾਰਾ ਕਰਦਾ ਨਾ, ਇਸੇ ਤਰ੍ਹਾਂ ਹੀ ਸਰ। ਤੇ ਜਦੋਂ ਰੱਬ ਦੇ ਦਿੰਦਾ ਜੀ ਉਦੋਂ ਨਾਲ ਥੋੜਾ ਥੋੜਾ ਫਰੂਟ ਵੀ ਆਉਣ ਲੱਗ ਜਾਂਦਾ। ਇਸੇ ਤਰ੍ਹਾਂ ਜਦੋਂ ਰੱਬ ਹੋਰ ਦਿੰਦਾ ਕੜਾਈਆਂ ਪੱਕਣ ਲੱਗ ਪੈਂਦੀਆਂ, ਜਦੋਂ ਰੱਬ ਹੋਰ ਦਿੰਦਾ ਦੇਗਾਂ ਪੱਕਣ ਲੱਗ ਪੈਂਦੀਆਂ। ਮੈਂ ਤੁਹਾਨੂੰ ਆਓ ਇੱਕ ਸ਼ੈ ਵਿਖਾਵਾਂ। ਇਹ ਆਂਦੇ ਨਾ ਗੱਲਾਂ ਤੇ ਬੰਦੇ ਕਰ ਦਿੰਦੇ ਆ ਵੀ ਫੈਸਲ ਜ਼ੁਬੈਰ ਕੰਬੋ ਮੇਰਾ ਫੋਟੋ ਲਾ ਕੇ ਵੀਡੀਓ ਖਿਲਾਫ ਚੱਲ ਰਹੀ, ਇਧਰੋਂ ਐਨ ਉਧਰੋਂ ਆ ਜੋ ਤੁਹਾਨੂੰ ਸ਼ੈ ਵਿਖਾਵਾਂ। ਜੀ ਆ ਮਸ਼ੀਨ ਵੇਖੋ ਜੀ। ਆ ਮਸ਼ੀਨ ਨੂੰ ਹੱਥੀ ਹੁੰਦੀ ਸੀ ਜੀ। ਇੰਨਾ ਸਿਸਟਮ ਬਾਅਦ ਚ ਆਇਆ। ਇਹ ਮੈਂ ਹੱਥ ਦੇ ਨਾਲ ਪੱਠੇ ਕੁਤਰਦਾ ਸੀ। ਮੇਰੇ ਨਾਲ ਚੀਰ ਨਹੀਂ ਲਾਉਣ ਵਾਲਾ ਬੰਦਾ ਨਹੀਂ ਸੀ ਹੁੰਦਾ, ਪਿੱਛੋਂ ਖੁਦ ਚੀਰ ਨਹੀਂ ਲਾਉਣੀ, ਅੱਗੋਂ ਆਣ ਕੇ ਫੇਰ ਹੱਥੀ ਲੱਗੀ ਹੋਣੀ ਕੁਤਰਾ ਕਰਨਾ, ਪੱਠੇ ਖੁਦ ਵੱਢਣੇ। ਆ ਨਜ਼ਰ ਮਾਰੋ, ਆ ਮੇਰੇ ਬੱਚਿਆਂ ਦਾ ਪਹਿਲਾ ਰੂਮ ਹੈ ਜੀ। ਅੱਛਾ ਜ਼ਬਰਦਸਤ। ਬੱਕਰੀਆਂ ਦੇ ਬੱਚੇ, ਜਿਹੜੀਆਂ ਬੱਕਰੀਆਂ ਦਸੰਬਰ ਚ ਲੋਕਾਂ ਦੇ ਬੱਚੇ ਮਰ ਜਾਂਦੇ ਆ ਜੀ ਅਲਹਮਦੁਲਿਲਾ, ਕਦੀ ਇੱਕ ਬੱਚਾ ਐਕਸਪਾਇਰ ਨਹੀਂ ਸੀ। ਕੀ ਕਰਦਾ ਸੀ ਇਹਦੇ ਉੱਪਰ ਉਦੋਂ ਨਾ ਜੀ 500-600 ਰੁਪਏ ਦਾ ਮੈਂ ਪਹਿਲਾਂ ਲਿਆ ਸੀ। ਇਹ ਸ਼ਤੂਤ ਦੀਆਂ ਟਹਿਣੀਆਂ ਦਾ ਬਣਦਾ ਟੋਕਰਾ ਸੀ ਇਹਨੂੰ ਆਂਦੇ। ਟੋਕਰਾ ਸਰ। ਇਹਦੇ ਥੱਲੇ ਧੂੜੀ ਪਾ ਦੇਣੀ ਜੀ, ਧੂੜੀ ਪਾ ਕੇ ਆ ਬੱਚਿਆਂ ਦੇ ਉੱਪਰ ਆ ਗਿਆ ਜੀ। ਇੱਕ ਤੋੜਾ ਲੈ ਕੇ ਸਲਾਈ ਕਰਕੇ ਉਹਦੇ ਉੱਪਰ ਇੱਕ ਛਾਪਰ ਲਾਇਆ ਹੁੰਦਾ ਸੀ ਜੀ। ਜ਼ਬਰਦਸਤ। ਉਹ ਇਹਦੇ ਉੱਪਰ ਦੇ ਦੇਣਾ। ਇਹ ਮੇਰੇ ਬੱਚਿਆਂ ਦਾ ਪਹਿਲਾ ਕਮਰਾ ਸੀਗਾ ਜੀ। ਜਦੋਂ 4 ਬੱਕਰੀਆਂ ਦੇ ਮੈਂ ਬੱਚਿਆਂ ਤੋਂ ਸ਼ੁਰੂ ਹੋਇਆ ਸੀ ਜੀ। ਹੋ ਗਿਆ ਸਟਾਰਟ, ਮਿਹਨਤ ਕੀਤੀ, ਕੋਈ ਵੰਡ ਨਹੀਂ, ਕੋਈ TMR ਨਹੀਂ, ਕੋਈ ਦੁਨੀਆ ਦੀ ਸ਼ੈ ਨਹੀਂ, ਮੌਸਮੀ ਚਾਰਾ। ਈਵਨ ਕਿ ਕਈ ਵਾਰੀ ਖਾਲ ਦੇ ਬੰਨਿਆਂ ਤੋਂ ਘਾਹ ਕੱਢ ਕੇ ਮੈਂ ਲਿਆਂਦਾ। ਅੱਛਾ। ਦਾਤਰੀ ਦੇ ਨਾਲ, ਰੰਬੇ ਦੇ ਨਾਲ। ਜ਼ਬਰਦਸਤ ਜ਼ਬਰਦਸਤ। ਤੇ ਅਲਹਮਦੁਲਿਲਾ ਕੀ ਤੇ ਦਰਖਤਾਂ ਦੇ ਪੱਤੇ ਖਵਾਉਣੇ। ਮੁੜ ਕੇ ਭਾਈ ਜਾਨ ਇੱਕ ਮਰਲੇ ਤੋਂ ਆਓ ਸਾਹਮਣੇ ਨਜ਼ਰ ਮਾਰੋ, ਆਓ ਵੇਖੋ ਆ ਕੱਚੀਆਂ ਦੀਵਾਰਾਂ ਨੇ ਜੀ, ਕੱਚੀਆਂ ਕੱਚੀ ਮਿੱਟੀ ਦੀਆਂ ਦੀਵਾਰਾਂ ਬਣਾਈਆਂ, ਇਹ ਸ਼ੈੱਡ ਬਣਾਇਆ। ਔਰ ਆ ਜਿਹੜੀਆਂ ਪੱਕੀਆਂ ਇੱਟਾਂ ਲੱਗੀਆਂ ਭਲਾ ਕਾਹਦੇ ਲਈ ਹੈ? ਸਿਰਫ ਇਸ ਵਾਸਤੇ ਵੀ ਗਾਡਰ ਗਲੇ ਨਾ। ਇਹ ਇੱਟ ਵੀ ਦੋਮ ਹੈ ਜੀ, ਅਵਲ ਨਹੀਂ। ਯਾਨੀ ਮੇਰੇ ਕੋਲ ਇੰਨੇ ਪੈਸੇ ਨਹੀਂ ਸੀ ਕਿ ਮੈਂ ਅਵਲ ਇੱਟ ਲਾ ਸਕਾਂ, ਉਹ ਲਾਈ। ਹੁਣ ਜ਼ਰਾ ਇੱਧਰ ਨਜ਼ਰ ਮਾਰਿਓ, ਮਾਸ਼ਾਅੱਲਾ ਜ਼ਬਰਦਸਤ। ਹੁਣ ਮੇਰੇ ਵੱਲ ਨਜ਼ਰ ਮਾਰੋ। ਖੁਦਾ ਦੀ ਕਸਮ, ਹਾਜ਼ਾ ਮਿਨ ਫਜ਼ਲੀ ਰੱਬੀ, ਇਹ ਮੇਰੇ ਰੱਬ ਦਾ ਫਜ਼ਲ ਹੈ, ਹੋਰ ਕੁਝ ਵੀ ਕੋਈ ਨਹੀਂ। ਮੈਂ ਕਦੀ ਤਸੱਵਰ ਵੀ ਨਹੀਂ ਸੀ ਕਰ ਸਕਦਾ। ਇਸ ਸਾਲ ਦੇ ਵਿੱਚ 75 ਜ਼ਰਬੇ 120 ਕਰੋ, 75 ਏਕੜਾਂ ਦਾ ਮੈਂ ਠੇਕਾ ਦਿੱਤਾ 1,20,000 ਦੇ ਹਿਸਾਬ ਨਾਲ। ਕੋਈ 90-92 ਲੱਖ ਰੁਪਈਆ ਬਣਦਾ, ਹਿਸਾਬ ਕਰ ਲਓ। ਫਿਰ ਬੀਜੀ ਕੀ ਨਰਮਾ ਕਾਸ਼ਤ ਕੀਤਾ, ਔਰ ਉਹਦਾ ਖਰਚਾ 70,000 ਤੋਂ ਘੱਟ ਨਹੀਂ ਆਉਂਦਾ। ਜ਼ਰਬ ਦੇ ਲਓ 75 ਨਾਲ, ਬਣ ਗਿਆ ਕੋਈ 50 ਲੱਖ ਦੇ ਲਾਗੇ। ਕੋਈ 1.5 ਕਰੋੜ ਰੁਪਈਆ ਮੈਂ ਇਸ ਸਾਲ ਲਾ ਚੁੱਕਿਆ ਇਸ ਮੱਦ ਦੇ ਵਿੱਚ। ਤੇ ਰੱਬ ਨੇ ਦਿੱਤਾ ਕਿੱਥੇ? ਇਹਨਾਂ ਬੱਕਰੀਆਂ ਚੋਂ। ਲੋਕਾਂ ਦੇ ਖੁਦਾ ਦੀ ਕਸਮ, ਮੇਰੇ WhatsApp 'ਚ ਵਹਿਣ ਪੈਂਦੇ ਵੇਖੇ ਆ ਮੈਂ ਲੋਕਾਂ ਦੇ। ਸਰ ਜੀ ਸ਼ਹਿਰ ਦੀ ਛੱਤ ਤੇ ਬੱਕਰੀਆਂ ਰੱਖੀਆਂ, ਸਰ ਜੀ ਬੱਕਰੀਆਂ ਨਹੀਂ ਕਾਮਯਾਬ ਹੋ ਰਹੀਆਂ, ਕੀ ਕਰੀਏ? ਮੈਂ ਕਿਹਾ ਸੀ ਰੱਖੋ। ਜਿਹਨੇ ਸਲਾਹ ਦਿੱਤੀ ਸੀ ਉਹਨੂੰ ਕਹੇ ਹੁਣ ਅੱਗੇ ਮਾਡਲ ਮੁਕੰਮਲ ਕਰ, ਵੀ ਤੂੰ ਸਾਨੂੰ ਟੋਰਿਆ ਸੀ ਨਾ ਇੱਕ ਲਾਈਨ ਤੇ ਹੁਣ ਅੱਗੇ ਪੂਰੀ ਪ੍ਰੋਪਰ ਗਾਈਡਲਾਈਨ ਫਰਾਹਮ ਕਰ ਵੀ ਅਸੀਂ ਟੁਰਨਾ ਕਿੱਦਾਂ। ਸ਼ੁਰੂ ਕੀਤਾ ਤੁਸੀਂ ਚਾਚੇ ਨੱਥੂ ਨੂੰ ਪੁੱਛ ਕੇ, ਫੇਰ ਤੁਸੀਂ ਖੁਰਾਕ ਪਾਈ ਚਾਚੇ ਫੱਤੂ ਵਾਲੀ, ਹੁਣ ਤੁਸੀਂ ਆ ਗਏ ਫੈਸਲ ਜ਼ੁਬੈਰ ਕੰਬੋ ਕੋ। ਉਹ ਹਿਸਾਬ ਹੈ ਜਦੋਂ ਮਰੀਜ਼ ਮਰਨ ਵਾਲਾ ਹੋ ਗਿਆ ਇਹਨੂੰ ਬਹਾਵਲਪੁਰ ਲੈ ਜਾਓ। ਸਾਡੇ ਇੱਥੇ ਚਿਸ਼ਤੀਆਂ ਪਤਾ ਕੀ ਕਰਦੇ ਆ ਜੀ, ਜਿਹੜਾ ਮਰੀਜ਼ ਜਦੋਂ ਵੇਂਦੇ ਨਾ ਵੀ ਇਹਦੇ ਚ ਕੁਛ ਨਹੀਂ, ਆਂਦੇ ਨੂੰ ਬਹਾਵਲਪੁਰ ਲੈ ਜਾਓ। ਮੈਂ ਕਿਹਾ ਤੁਸੀਂ ਮੈਨੂੰ ਉਦੋਂ ਦੱਸਣ ਡਏ ਜਦੋਂ ਹੁਣ ਤੁਹਾਡੀ ਫਾਰਮਿੰਗ ਦੀ ਤੇ ਇਨਵੈਸਟਮੈਂਟ ਦੀ ਤਾੜੀ ਵੱਜ ਗਈ ਹੈ। ਅਗਰ ਤਾੜੀ ਵੱਜਣ ਤੋਂ ਬਚਣਾ, ਅਗਰ ਫਾਰਮਿੰਗ ਚ ਕੁਛ ਕਮਾਉਣਾ ਹੈ, ਰੱਜ ਫਿਲਮਾਂ ਸੁਣ ਲੈਣ, ਰੱਜ ਮੁਖਾਲਫਤ ਕਰ ਲੈਣ ਯੂਟਿਊਬਰ ਵੀ ਤੇ ਸਾਰੇ ਲੋਕ। ਮੈਂ ਇੱਕ ਚੈਲੰਜ ਕੀਤਾ ਸੀ, ਫਾਰਮਿੰਗ ਕਰੋ, ਸਾਲ ਬਾਅਦ ਤੁਹਾਨੂੰ ਫੈਸਲ ਜ਼ੁਬੈਰ ਕੰਬੋ ਯਾਦ ਆਏਗਾ। ਕਿਉਂ ਯਾਦ ਆਏਗਾ? ਮੈਂ ਕੋਈ DC ਦਾ ਪੁੱਤਰ ਨਹੀਂ, ਮੈਂ ਸਰ ਜੀ ਇੱਕ ਬੱਕਰੀ ਪਾਲ ਦਾ ਪੁੱਤਰ। ਮੇਰੇ ਪਿਓ, ਦਾਦਾ, ਪੜਦਾਦਾ, ਲੱਕੜ ਦਾਦਾ ਸਾਰੇ ਜਿਹੜੇ ਬੱਕਰੀਆਂ ਗਾਈਆਂ ਤੇ ਵਾਹੀ ਦਾ ਹੀ ਕੰਮ ਕਰਦੇ ਆਉਂਦੇ ਸੀ। ਤੁਸੀਂ ਇੱਕ ਚੀਜ਼ ਨੋਟ ਕਰਿਓ, ਬੱਕਰੀ ਫਾਰਮਿੰਗ ਚ ਕਿਸੇ ਵੀ ਸ਼ੈ ਚ ਕਾਮਯਾਬ ਹੋਣਾ। ਤੁਹਾਨੂੰ ਪਤਾ ਕਿਹੜੇ ਇਨਸਾਨਾਂ ਦੀ, ਦੁਨੀਆ ਦੇ ਕਿਹੜੇ ਖਿੱਤੇ ਦੇ ਇਨਸਾਨਾਂ ਦੀ ਉਮਰ ਸਭ ਤੋਂ ਲੰਬੀ ਹੈ? ਨਹੀਂ ਪਤਾ। ਨਹੀਂ ਪਤਾ। ਜਿਹੜੇ ਜੰਗਲਾਤ ਚ ਰਹਿੰਦੇ ਨੇ। ਇਸੇ ਤਰ੍ਹਾਂ ਤੁਹਾਨੂੰ ਪਤਾ ਸਭ ਤੋਂ ਜ਼ਿਆਦਾ ਰਿਸਰਚ ਨੇ ਸਾਬਤ ਕੀ ਕੀਤਾ, ਕਿੰਨਾ ਲੋਕਾਂ ਦੇ ਬੱਚੇ ਜ਼ਿਆਦਾ ਜਿਹੜੇ ਜੰਗਲਾਤ ਚ ਰਹਿੰਦੇ ਨੇ ਕਬੀਲੇ। ਕਿਉਂ? ਉਹ ਨੇਚਰ ਦੇ ਕਰੀਬ ਨੇ, ਉਹ ਫਿਤਰਤ ਦੇ ਕਰੀਬ ਨੇ। ਫਿਤਰਤ ਦਾ ਇੱਕ ਅਸੂਲ ਹੈ, ਜਦੋਂ ਇਹਦੇ ਖਿਲਾਫ ਜਾਓਗੇ ਕੀ ਕਰੇਗੀ? ਸਟਰਾਈਕ ਬੈਕ। ਕੀ ਮਤਲਬ ਹੈ? ਬੂਥਾ ਭੰਨੇਗੀ, ਜਿਹਨੂੰ ਪੰਜਾਬੀ ਕਹਿੰਦੇ।
ਅਸੀਂ ਕੀ ਕਰਦੇ ਪਏ, ਬੱਕਰੀ ਦੀ ਖੁਰਾਕ ਸੀਗਾ, ਆਓ ਨਾ ਮੈਂ ਤੁਹਾਨੂੰ ਵਿਖਾਵਾਂ। ਇਹ ਮਤਲਬ ਲੋਕਾਂ ਦਾ ਬੇੜਾ ਭਾਈ ਸਾਹਿਬ ਗਰਕ ਕਰਨ ਵਾਲੇ ਜਿਹੜੇ ਲੋਕ ਹੈ ਨਾ, ਜੀ ਖੁਦਾ ਇਹਨਾਂ ਨੂੰ ਹਦਾਇਤ ਦੇਵੇ, ਨਜ਼ਰ ਮਾਰੋ ਜੀ। ਜੀ ਇਹਨੂੰ ਗਵਾਰਾ ਆਂਦੇ ਜੀ, ਆ ਪੱਤੇ ਵੇਖ ਲਓ। ਜੀ ਇਹ ਹੁਣ ਜਿਹੜੀ ਫਲੀ ਹੈ ਜੀ, ਜੀ ਇਹਦੀ ਪ੍ਰੋਟੀਨ ਜਿਹੜਾ ਮਰਜ਼ੀ ਮੇਰਾ ਭਰਾ ਕਰਾ ਲਵੇ, ਜਿਹੜਾ ਮੇਰਾ ਮਰਜ਼ੀ ਭਰਾ ਕਰਾ ਲਵੇ, ਆ ਲਓ ਜੀ ਫਲੀ। ਜੀ ਇਹਦੀ ਸਰ ਜੀ ਪ੍ਰੋਟੀਨ ਕਰਾ ਲਓ, ਇਹਦੇ ਵਿੱਚ 30% ਪਲੱਸ ਪ੍ਰੋਟੀਨ ਹੈ। ਇਹ 6 ਕਿੱਲੇ ਫੀ ਕਿੱਲਾ ਜੀ 22,000 ਰੁਪਏ ਦੇ ਹਿਸਾਬ ਨਾਲ ਮਿਲਿਆ, ਫੀ ਕਿੱਲਾ 22,000 22,000 ਰੁਪਏ ਦੇ ਹਿਸਾਬ ਨਾਲ। ਹੁਣ ਮੈਨੂੰ ਇਹ ਦੱਸੋ, ਜਿਹੜੇ ਇਹ ਮਸ਼ਵਰੇ ਦਿੰਦੇ ਆ ਕਿ ਬੱਕਰੀ ਫਾਰਮਿੰਗ ਛੱਤ ਤੇ ਕਰਕੇ ਜੀ ਅਸੀਂ ਕਰੋੜਾਂ ਰੁਪਏ ਕਮਾ ਲਏ, ਜੀ ਕਰੋੜਾਂ ਕਮਾ ਲਿਆ, ਤੇ ਫੈਸਲ ਜ਼ੁਬੈਰ ਕੰਬੋ ਦੇ WhatsApp ਮੈਸੇਜ ਜਾਣਾ ਕਿਉਂ ਭਰਿਆ ਛੱਤ ਵਾਲਿਆਂ ਦਾ? ਜੀ ਬਈ ਨਹੀਂ ਬਚਦੇ, ਗੱਲੀ ਬਾਤੀ ਬਚਾਈ ਰੱਖੋ, ਜੀ ਜੀ ਗੱਲੀ ਬਾਤੀ ਬਜਾਈ ਰੱਖੋ। ਸਿਰਫ ਮਕਸਦ ਕੀ, ਬੁੱਕਲ ਬੱਕਰੀਆਂ ਦੀ ਮਾਰ ਕੇ ਵੰਡ ਲੈ ਲਓ, ਤੇਲ ਲੈ ਲਓ, ਫਲਾਣ ਲੈ ਲਓ, ਟਮਕਾਣ ਲੈ ਲਓ, ਉਹ ਲੈ ਲਓ, ਇਹ ਲੈ ਲਓ। ਸਾਰੇ ਯੂਟਿਊਬਰ ਜਿੰਨੇ ਨੇ, ਜੀ ਜ਼ਬਰਦਸਤ ਇਹਨਾਂ ਦੀ ਕੀ ਔਕਾਤ ਹੈ? ਜੀ ਇਹਨਾਂ ਦਾ ਜੇ 150 ਸਬਸਕ੍ਰਾਈਬਰ ਹੁੰਦਾ ਤੇ ਆਂਦੇ ਜੀ ਹੋਮ ਡਿਲੀਵਰੀ ਫ੍ਰੀ ਜੀ, ਫਲਾਣੀ ਸ਼ੈ ਲੈ ਜਾਓ, ਟਮਕਾਣੀ ਲੈ ਜਾਓ। ਬੱਕਰੀ ਫਾਰਮਿੰਗ ਦਾ ਬੇੜਾ ਗਰਕ ਦੋ ਚੀਜ਼ਾਂ ਨੇ ਕੀਤਾ ਸਰ ਜੀ। ਪਹਿਲੀ ਚੀਜ਼, ਉਹ ਬੰਦੇ ਜਿਹੜੇ ਸ਼ਾਰਟਕਟ ਲੱਭਦੇ ਨੇ। ਅੱਛਾ, ਸ਼ਾਰਟਕਟ ਦੇ ਵਿੱਚ ਤੁਸੀਂ ਡਕੈਟੀਆਂ ਤੇ ਕਰ ਸਕਦੇ ਹੋ, ਜੀ ਉਹ ਤੁਹਾਨੂੰ ਸੀਸੀਡੀ ਵਾਲੇ ਆਪੇ ਕਿਸੇ ਹੋਰ ਹਿਸਾਬ ਚਲਾ ਦੇਣਗੇ। ਜੀ ਜੇ ਬੰਦੇ ਦੇ ਪੁੱਤਰਾਂ ਤਰ੍ਹਾਂ ਕਾਮਯਾਬ ਹੋਣਾ, ਪਹਿਲੀ ਸ਼ਰਤ, ਜੀ ਪਹਿਲੀ ਸ਼ਰਤ, ਜੀ ਅਲਾਮਾ ਇਕਬਾਲ ਸਾਹਿਬ ਦਾ ਸ਼ੇਰ ਹੈ, ਜੇ ਮੈਂ ਭੁੱਲ ਜਾਵਾਂ ਤੇ ਮੈਨੂੰ ਮਾਫ ਕਰ देना। मुल्ला की अज़ां और मुजाहिद की अज़ां और परवाज दोनों की इसी एक फिजा में है, मगर करगस का जहां और है, शहीन का जहां और तुसी शहीन बनो, आ गिरज ना बनो। ये गिरजां दे काम में को मुर्दा को मरेगा तो मैं खावांगा, शहीन दी तरह अपना फड़ के खाना सीखो। समझ आई? ये यूट्यूबरां की तमाशा चलाया, 3.5 ਬੱਕਰੀਆਂ ਰੱਖ ਲਈਆਂ ਤੇ ਮਗਰ ਵੇਚਣ ਲੱਗ ਪਏ। ਇੱਕ ਇਹਨਾਂ ਬੇੜਾ ਗਰਕ ਕੀਤਾ, ਖਾਬ ਵਿਖਾ ਦਿੱਤੇ ਰਾਤੋਂ ਰਾਤ ਅਮੀਰ ਬਣਨ ਦੇ। ਤੇ ਸਰ ਮੈਨੂੰ ਦੱਸੋ, ਦੁਨੀਆ ਤੇ ਰਾਤੋਂ ਰਾਤ ਅਮੀਰ ਬਣਨ ਦਾ ਕੋਈ ਲੀਗਲ ਤਰੀਕਾ ਮੌਜੂਦ ਹੈ? ਨਹੀਂ ਸਰ। ਹੈਗਾ ਵਾ, ਮੈਂ ਦੱਸ ਦੇਣਾ ਹੈਗਾ ਕਿ ਬੱਕਰੀਆਂ ਵਾਲਿਆਂ ਨੇ 50-50 ਸਾਲ ਦੀਆਂ ਬੱਕਰੀਆਂ ਰੱਖੀਆਂ ਤੇ ਉਹਨਾਂ ਕੋਲ ਚਾਈਨਾ ਦਾ ਸਕੂਟਰ ਨਹੀਂ ਲਿਆ ਗਿਆ। ਇਸੇ ਤਰ੍ਹਾਂ ਚੰਦ ਇੱਕ ਲੋਕ ਨੇ, ਚੰਦ ਇੱਕ ਲੋਕ ਜਿਨ੍ਹਾਂ ਤੇ ਰੱਬ ਮਿਹਰਬਾਨ ਹੋਇਆ, ਜਿਹਦੇ ਚ ਮੈਂ ਸਭ ਤੋਂ ਪਹਿਲਾਂ ਆਪਣੇ ਸੋਹਣੇ ਰੱਬ ਦਾ ਸ਼ੁਕਰ ਅਦਾ ਕਰਨਾ, ਜਿਨ੍ਹਾਂ ਚ ਇੱਕ ਗੁਨੇਗਾਰ ਮੈਂ ਸ਼ਾਮਲ। ਸੁਮਾ ਅਲਹਮਦੁਲਿਲਾ। ਤੇ ਜਿਹੜੇ ਵੰਡ ਵੇਚਣ ਵਾਲੇ ਆ, 6 ਮਹੀਨਿਆਂ ਬਾਅਦ ਇਹਨਾਂ ਥੱਲੇ ਗੱਡੀ ਹੁੰਦੀ ਹੈ। ਉਹ ਕਿੱਥੋਂ ਆ ਜਾਂਦੀ ਹੈ? ਜਦੋਂ ਚੌਲਾਂ ਦੀ ਫੱਕ ਪਾ ਕੇ, ਡੈਕਸਾਂ ਦੀਆਂ ਗੋਲੀਆਂ ਪਾ ਕੇ, ਖੱਬੇ ਦੇ ਡਰਾਮੇ ਸੱਜੇ ਕਰਕੇ, ਲੱਗੀ ਮੱਕੀ ਪਾ ਕੇ, ਸਮਝ ਆਈ? 1550 ਲਾਗਤ ਲਾ ਕੇ 6000 ਦਾ ਵੇਚਣਾ ਤੇ ਨਾਲ ਝੂਠ ਬੋਲਣਾ ਵੀ ਇਹਦੀ ਨਿਊਟ੍ਰੀਸ਼ਨ ਵੈਲਿਊ ਇੰਨੀ ਹੈ। ਉਹ ਪ੍ਰੋਟੀਨ ਦਾ ਤੇ ਜਿੱਥੋਂ ਮਰਜ਼ੀ ਟੈਸਟ ਕਰਾ ਲਓ। ਇਹ ਪਾਕਿਸਤਾਨ ਜ਼ਿੰਦਾਬਾਦ ਹੈ, 36% ਲਿਖ ਦੇਣਗੇ ਕਾਗਜ਼ ਦੇ ਉੱਤੇ। ਗੱਲ ਇਹ ਹੋਵੇ ਉਹਦੀ ਤੁਹਾਨੂੰ ਦੱਸੀ ਹੈ, ਜਾਓ ਕਾਲਾ ਚੋਰ, ਚਿੱਟਾ ਚੋਰ, ਸਾਧ ਜਿਹੜਾ ਮਰਜ਼ੀ ਜਾ ਕੇ ਕਰਾਵੇ, 30 ਤੋਂ ਥੱਲੇ ਦੀ ਫਲੀ ਦੀ ਵੈਲਿਊ ਹੋਵੇ, ਮੈਂ ਗੁਨੇਗਾਰ। ਇਹ ਤਾਰਕ ਸਾਹਿਬ ਮੇਰਾ ਰੋਣਾ ਹੈ ਔਰ ਇਹ ਤੁਹਾਡੀ ਵੀਵਰਸ਼ਿਪ ਅੱਗੇ ਰੋਣਾ ਹੈ। ਮੇਰੇ ਭਰਾਓ, ਆ ਵੇਖੋ, ਖੁਦਾ ਦਾ ਵਾਸਤਾ, 4 ਆਨਿਆਂ ਦੀ ਘੋੜੀ, 12 ਆਨਿਆਂ ਦੀ ਲਗਾਮ, ਇੱਕ ਤੇ ਇਸ ਗੱਲ ਦਾ ਖਹਿੜਾ ਛੱਡ ਦਿਓ। ਬੱਕਰੀ ਫਾਰਮਿੰਗ 'ਚ ਪੈਸੇ ਕਮਾਉਣੇ ਆ, ਮਿਹਰਬਾਨੀ ਕਰਕੇ ਨੇਚਰ ਨੂੰ ਸਮਝੋ। ਨੇਚਰ ਕੀ ਆ? ਮੈਂ ਤੁਹਾਨੂੰ ਇੱਕ ਹਦੀਸ ਨਾਲ ਹਵਾਲਾ ਦੇ ਦੇਣਾ, ਸ਼ਾਇਦ ਤੁਹਾਡੇ ਇਹੀ ਗੱਲ ਸਮਝ ਆ ਜਾਵੇ। ਇਹ ਤੇ ਵਾਜ਼ਿਹ ਹੈ ਨਾ ਕਿ ਰਸੂਲੁल्लाह सल्लल्लाहु अलैहि वसल्लम ने फरमाया कि बकरी पालना सुन्नत है। ते केड़े तरीके ना तारक भाई, केड़े तरीके ना? चराई ना। फिर तरीका भी वो फॉलो करो जिहड़ा हजूर दा है। एक हदीस बन के पट्ठे पाउण दी मिली सी, मैं अपने चैनल दे जरिए लोगां दे अगे बमार रावी रखी सी कि तुसी चारा भी पा सकदे हैं। गल ये आ कि तुसी मैनूं एक सवाल दा जवाब दो, शेर की खांदा है? गोश्त। घाह खांदा? नहीं सर, नहीं खांदा। अगर किते पालतू साडे इत्थे इन्हां ने कर लिया हुंदा, बकरी वाले ना, उहनूं भी TMR खवा देना सी। इन्हां कहना सी वो भी TMR खांदा। जबरदस्त। मेरी भरावां अगे अपील ये आ, मंडी जाओ, सस्ती जी बकरी कन्नों फड़ो, लियाओ, बकरी नूं बकरी समझो, चैना वाला पांडा ना समझो। ओनू लियाण के जिहड़ा तुहाडे बन्नियां ते घाह शा हैगा ओनू पाउणा शुरू कर दो। मैं इत्थों ही शुरू होया, खुदा दी कसम मैं इत्थों ही शुरू होया वां। जबरदस्त। ये वो राह आ जित्थों दी अल्लाह ने मैनू रिज़्क दिता, ते मैं भरावां दे अगे उदां खोल के रख देना। ते मैं सड़ के क्यों गल्लां करदा?
ਕਿਉਂਕਿ ਮੈਨੂੰ ਪਤਾ ਜਦੋਂ YouTube ਤੇ ਤਕਰੀਰ ਸੁਣਾਉਂਦੇ ਹੁੰਦੇ ਸਿਰਫ ਇਹਨਾਂ ਦਾ ਮਕਸਦ ਇੱਕ ਹੁੰਦਾ ਵਾ ਆਪਣੀ ਐਡਵਰਟਾਈਜ਼ ਕਰਕੇ ਆਪਣੀ ਚੀਜ਼ ਵੇਚਣਾ, ਆਪਣਾ ਮੰਡਾ ਵੇਚਣਾ। ਕਦੀ ਕੰਡਾ ਰੱਖ ਕੇ ਆਂਦੇ ਸਾਡਾ ਇੰਨੇ ਮਹੀਨਿਆਂ ਦਾ ਲੇਲਾ ਇੰਨੇ ਦਾ ਵਜ਼ਨ ਦਾ ਹੋ ਗਿਆ। ਤੁਸੀਂ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ, ਜੀ ਇੱਕ ਮੱਝ ਦੁੱਧ ਦਿੰਦੀ ਆ 10 ਕਿਲੋ ਤੇ ਖਾਂਦੀ ਆ 5 ਕਿਲੋ ਵੰਡਾ, ਜੀ ਉਹ 5 ਕਿਲੋ ਵੰਡਾ 700 ਰੁਪਏ ਦਾ। ਜੀ ਇੱਕ ਮੱਝ ਦੁੱਧ ਦਿੰਦੀ 8 ਕਿਲੋ ਲੇਕਿਨ ਵੰਡਾ ਨਹੀਂ ਖਾਂਦੀ, ਦੋ ਚ ਸਹੀ ਪ੍ਰੋਫਿਟ ਚ ਕਿਹੜੀ ਹੈ? ਜਿਹੜੀ ਨਹੀਂ ਮੰਡਾ ਖਾਂਦੀ 8 ਕਿਲੋ ਦਿੰਦੀ। ਆ ਗਈ ਸਮਝ ਚ ਗੱਲ? ਜੀ ਬਸ ਇਹ ਇੱਕ ਆਂਦੇ ਸਭ ਤੋਂ ਖਤਰਨਾਕ ਝੂਠ ਜੀ ਉਹ ਝੂਠ ਹੁੰਦਾ ਜਿਹੜਾ ਸਾਬੀ ਕਿਤਾਬੀ ਹੁੰਦਾ। ਜੀ ਇਹ ਹਿਸਾਬ ਕਿਤਾਬ ਨਾ ਐਸਾ ਲੋਕਾਂ ਕੇ ਫਰਜੀ ਝੂਠ ਮਾਰਦੇ ਨੇ ਕਿ ਲੋਕਾਂ ਦੇ ਨਾਲ ਲੀੜੇ ਲਾ ਦਿੱਤੇ। ਪਾਕਿਸਤਾਨ ਦੇ ਵਿੱਚ ਸਰ ਨੌਕਰੀਆਂ ਦਾ ਸਿਲਸਿਲਾ ਖਤਮ, ਇਸੇ ਤਰ੍ਹਾਂ ਪੜਿਆ ਲਿਖਿਆ ਨੌਜਵਾਨ ਰੋਡਾਂ ਤੇ ਰੁਲਣ ਡਿਆ। ਜੀ ਉਹ ਨਬੀ ਦੀ ਸੁਨਨਤ ਸਮਝ ਕੇ ਬੱਕਰੀ ਫਾਰਮਿੰਗ ਗੱਲ ਹੁੰਦਾ ਸਰ ਲੇਕਿਨ ਜਿਹੜਾ- ਅੱਗੇ ਫੇਰ ਬਗਿਆੜ ਬੈਠੇ ਨੇ। ਸਰ ਉਦਾਰ ਪੁਦਾਰ ਲੈ ਕੇ ਲੋਕਾਂ ਕੋਲੋਂ ਮੰਗ ਕੇ ਸ਼ੁਰੂ ਮਾਂ ਕੀਤਾ। ਤੇ ਯਾਰ ਇੱਕ ਬੰਦੇ ਨੇ ਮੈਨੂੰ ਫੋਨ ਕੀਤਾ, ਖੁਦਾ ਦੀ ਕਸਮ ਫੋਨ ਕੀਤਾ, ਮੈਂ ਸ਼ਹਿਰ ਦਾ ਨਾਂ ਨਹੀਂ ਲੈਣਾ। ਉਹਨੇ ਕਿਹਾ ਭਾਈ ਫੈਸਲ ਮੈਂ ਆਪਣੀ ਵਾਲਦਾ ਦਾ ਜ਼ੇਵਰ ਵੇਚਿਆ, ਜੀ ਮੈਂ ਆਪਣੀ ਵਾਲਦਾ ਦਾ ਜ਼ੇਵਰ ਵੇਚ ਕੇ ਫਾਰਮਿੰਗ ਕਰਨ ਲੱਗਾ। ਅੱਛਾ ਅੱਗੋਂ ਇਹ ਫੇਰ ਮੂੰਹ ਅੱਡ ਕੇ ਖੜੇ ਬਗਿਆੜ ਫੇਰ ਲੋਕਾਂ ਦਾ ਖੂਨ ਚੂਸਦੇ ਗਲਤ ਰਾਏ ਦਿੰਦੇ ਆ। ਮੇਰਾ ਕਹਿਣ ਇਹੀ ਹੈ, ਜੀ ਉਹ ਮੇਰੇ ਭਰਾਓ ਬੱਕਰੀ ਲਿਆਓ, ਲਿਆਣ ਕੇ ਤੁਹਾਡੇ ਆਲੇ ਦੁਆਲੇ ਨਜ਼ਰ ਮਾਰੋ ਕਿੰਨੇ ਦਰਖਤ, ਉਹ ਸ਼ਰੀ ਦਿਸਦਾ? ਜਦ ਨਜ਼ਰ ਆ ਰਿਹਾ ਸਰ। ਉਹ ਸਰ ਜਿਹੜਾ ਸ਼ਰੀ ਆ ਉਹਨੂੰ ਫਲੀ ਵਿਖਾਓ ਲੱਗੀ ਅਗਰ ਨਜ਼ਰ ਆ ਰਹੀ ਹੈ। ਆ ਰਹੀ ਸਰ ਆ ਰਹੀ। ਇਹ ਸ਼ਰੀ ਦਿਸਦਾ, ਇਹਦੀ ਨਿਊਟ੍ਰੀਸ਼ਨ ਵੈਲਿਊ ਪੜ੍ਹ ਲਓ। ਹਾਂ ਪ੍ਰੋਟੀਨ ਕੱਲੀ ਦੱਸ ਦੇਣਾ 17% ਪਲੱਸ ਜੀ, ਅੱਛਾ 17% ਪਲੱਸ। ਹਾਂ ਸਰ ਜੀ ਇਹ ਪਾਓ, ਸਰ ਜੀ ਬਕੈਨ ਆ ਪਿੱਛੇ ਨਜ਼ਰ ਮਾਰੋ, ਪਿੱਛੇ ਕੈਮਰਾ ਕਰੋ, ਉਹਨੂੰ ਬਕੈਨ ਆਂਦੇ ਆ। ਜੀ ਦੀ ਬੈਸਟ ਡਿਵਰਮਰ ਹੈ ਸਰ, ਦੀ ਬੈਸਟ ਕੀ ਆ? ਡਿਵਰਮਰ। ਡਿਵਰਮਰ। ਔਰ ਐਸਾ ਡਿਵਰਮਰ ਗੱਭਣ ਬੱਕਰੀ ਨੂੰ ਵੀ ਦੋ ਤੇ ਕੋਈ ਖਤਰੇ ਵਾਲੀ ਗੱਲ ਨਹੀਂ। ਜ਼ਬਰਦਸਤ ਜ਼ਬਰਦਸਤ। ਇਹਨੂੰ ਕੀ ਕਹਿੰਦੇ ਬਕੈਨ, ਜੀ ਤਰੇਕ ਬਕੈਨ, ਇਹ ਕੌੜੀਆਂ ਚੀਜ਼ਾਂ ਨਿੰਮ, ਜੀ ਡਿਵਰਮਰ ਦਾ ਡਿਵਰਮਰ ਤੇ ਬੱਕਰੀ ਦੀ ਖੁਰਾਕ ਦੀ ਖੁਰਾਕ ਤੇ ਸੇਬ ਦਾ ਸੇਬ। ਬੱਕਰੀ ਖਾਂਦੀ ਵੀ ਸ਼ੌਕ ਨਾਲ। ਸਮਝ ਆਈ? ਜੀ ਇਹਨਾਂ ਨੇ ਸਰ ਬੱਕਰੀਆਂ ਜਿੱਦਾਂ ਇਨਸਾਨ, ਜੀ ਹਿਸਟਰੀ ਪੜੋ ਨਾ ਜੀ ਤਾਰਕ ਭਾਈ, ਇਨਸਾਨ ਜਿਹੜਾ ਵਾ ਅੱਜ ਤੋਂ 30 ਸਾਲ ਪਹਿਲਾਂ ਨੇਚਰ ਦੇ ਕਰੀਬ ਸੀਗਾ। ਇਸੇ ਤਰ੍ਹਾਂ ਹੀ ਸਰ। 100 ਸਾਲ ਤੋਂ ਪਹਿਲਾਂ ਸਾਡੇ ਪਿੰਡ ਕਦੀ ਕੋਈ ਬਾਬਾ ਨਹੀਂ ਸੀ ਮਰਿਆ, ਇਸੇ ਤਰ੍ਹਾਂ ਹੀ। ਤੇ ਉਹ ਵੀ ਪਤਾ ਕਿੱਦਾਂ ਫੌਤ ਹੁੰਦਾ ਸੀ? ਜੀ 3 ਵਾਰੀ ਉਹਨੇ ਰਿਸ਼ਤੇਦਾਰ ਸੱਦਣੇ, ਖਤ ਲਿਖ ਦੋ ਮੈਂ ਮਰ ਲੱਗਾ, ਜੀ ਫੇਰ ਵੱਜ ਜਾਣਾ। ਉਹ ਤੀਜੀ ਚੌਥੀ ਵਾਰੀ ਜਾ ਕੇ ਉਹਨੇ ਰੱਬ ਦੇ ਹਵਾਲੇ ਹੋਣਾ। ਹੁਣ ਤੁਰੇ ਜਾਂਦੇ ਨੌਜਵਾਨ, ਤਾੜੀ ਵੱਜਦੀ, ਕੀ ਜੀ ਹਾਰਟ ਅਟੈਕ ਹੋ ਗਿਆ, ਕਾਹਤੋਂ ਹੋ ਗਿਆ? ਜੀ ਜਦੋਂ ਸ਼ਵਾਰਮਿਆਂ ਦੇ ਬਰਗਰਾਂ ਦੇ ਫਜ਼ਾਇਲ ਬਿਆਨ ਹੋਣ ਲੱਗੇ, ਲੋਕ ਉਹਨੂੰ ਖਾਣ ਲੱਗੇ, ਜਿਸਮ ਤਬਾਹ ਹੋ ਗਿਆ, ਸਿਹਤ ਤਬਾਹ ਹੋ ਗਈ, ਉਮਰ ਘਟ ਗਈ, ਬੱਚਿਆਂ ਦੀ ਪੈਦਾਵਾਰ ਘਟ ਗਈ। ਉਸੇ ਤਰ੍ਹਾਂ ਹੁਣ ਅਸੀਂ ਹੱਥ ਧੋ ਕੇ ਬੱਕਰੀ ਦੇ ਪਿੱਛੇ ਪੈ ਗਏ ਆ ਵੀ ਇਹਨੂੰ TMR ਖਵਾ ਦਿਓ, ਇਹਨੂੰ ਫਲਾਨੀ ਸ਼ੈ ਖਵਾ ਦਿਓ। ਉਹ ਬਈ ਇਹਨੂੰ ਨੇਚਰ ਦੇ ਕਰੀਬ ਰੱਖੋ, ਨੇਚਰ ਦੇ ਕਰੀਬ ਰੱਖੋਗੇ ਬੋਝਾ ਵੀ ਬਚਿਆ ਰਹੇਗਾ, ਜੀ ਕਾਰੋਬਾਰ ਚ ਵੀ ਕਾਮਯਾਬ ਹੋ ਜਾਓਗੇ, ਬੱਕਰੀ ਗਰੋ ਵੀ ਅੱਛਾ ਕਰੇਗੀ। ਨਾ ਕਰੇ ਮੈਂ ਉਹਦਾ ਦੇਣਦਾਰ ਹੋਵਾਂਗਾ। ਮੈਂ ਸਾਹਮਣੇ ਮਿਸਾਲ ਖੜਾ ਵਾਂ, ਤੁਹਾਨੂੰ ਦੱਸਿਆ ਵੀ ਇੱਕ ਟੋਕਰੇ ਤੋਂ ਸ਼ੁਰੂ ਹੋਇਆ ਸਾ। ਆ ਨਜ਼ਰ ਮਾਰੋ, ਅਲਹਮਦੁਲਿਲਾ ਅਲਹਮਦੁਲਿਲਾ, ਨਜ਼ਰ ਮਾਰੋ ਆ ਬਹਾਰਾਂ ਰੱਬ ਨੇ ਕਿੱਥੋਂ ਲਾਈਆਂ? ਬੱਕਰੀ ਵਿੱਚ। ਇਹ ਵੰਡੇ ਦੇ ਜਿਹੜੇ ਫਜ਼ਾਇਲ ਬਿਆਨ ਕਰਦੇ ਨਾ TMR ਦੇ, ਜੀ ਉਹ ਕਰਦੇ ਹੀ ਇਸ ਤੋਂ ਵੀ ਪਾਰਟ ਟਾਈਮ ਇਹ ਤੋੜਾ ਖੋਲਣਾ ਤੇ ਪਾ ਦੇਣਾ। ਅੱਧਾ ਕਿਲੋ ਵੰਡਾ ਪਾ ਉਹ ਦਿਓ ਜੀ। ਤੋੜਾ ਨਹੀਂ ਖੁੱਲਦਾ, ਜੀ ਉਹ ਭਾਈਜਾਨ ਬੰਦੇ ਦਾ ਘਰ ਹੀ ਖੁੱਲ ਜਾਂਦਾ। TMR ਦੀ ਮੇਨ ਗੇਮ ਕੀ ਸੁਣਾਉਂਦੇ ਆ? ਇਹ ਆਉਂਦੇ ਵੇਖੋ ਜੀ ਦਾਤਰੀ ਲੈਣੀ, ਪੱਠੇ ਵੱਢਣੇ, ਤੁਹਾਡੇ ਘੰਟੇ ਜ਼ਾਇਆ ਹੁੰਦੇ। ਵੇਖੋ ਟੈਕਨੀਕਲ ਲੋਕ ਨੇ, ਟੈਕਨੀਕਲ ਤਰੀਕਾ ਇਸਤੇਮਾਲ ਕਰਨਾ ਪੈਂਦਾ ਲੋਕਾਂ ਦੀ ਜੇਬ ਖਾਲੀ ਕਰਨ ਲਈ। ਕੀ ਕਿ ਜਨਾਬ TMR ਦਾ ਤੋੜਾ ਖੋਲੋ, ਇੱਕ ਬੰਦਾ 500 ਬੱਕਰੀ ਸਾਂਭ ਸਕਦਾ। ਇੱਕ ਬੰਦੇ ਦਾ 500 ਬੱਕਰੀ ਸਾਂਭਣ ਨੂੰ ਕੀ ਕਰਨਾ ਜਦੋਂ ਉਹਨੇ 5 ਸਾਲਾਂ ਬਾਅਦ ਵੀ ਘਾਟੇ ਚ ਹੋਣਾ? ਉਹਦੇ ਨੂੰ ਦਾਤਰੀ ਨਹੀਂ ਚੰਗੀ। ਤੁਸੀਂ ਛੇਤੀ ਪੱਠੇ ਵੱਢਣੇ, ਗੁਜਰਾਂ ਵਾਲਿਆ ਰੈਪਰ ਬਣਾਤਾ 4,90,000 ਦਾ ਮਿਲਦਾ, 45 ਮਿੰਟਾਂ ਚ ਕਿੱਲਾ ਵੱਢ ਦਿੰਦਾ। ਉਹ ਲੈ, ਉਹ ਅਕਲ ਨਹੀਂ ਕੰਮ ਕਰਦੀ। ਜ਼ਬਰਦਸਤ ਹੋ ਗਿਆ। ਆਹ ਕੁੱਲ ਭਰਾਵਾ ਕਹਾਣੀ ਹੈ। ਮੈਂ ਫੇਰ ਤੁਹਾਡੇ ਚੈਨਲ ਤੋਂ ਲੋਕਾਂ ਦਾ ਤਰਲਾ ਪਾਉਣਾ। ਮੈਂ ਤਾਰਕ ਸਾਹਿਬ ਲੋਕਾਂ ਦੀ ਮਿਹਨਤ ਕਰਦਾ। ਮੈਂ ਜਿੰਨੇ ਮੈਨੂੰ ਭਰਾ ਪੜ੍ਹੇ ਲਿਖੇ ਸੁਣਦੇ ਆ, ਕਰ ਲਓ ਮਰਜ਼ੀ, ਮਰਜ਼ੀ ਦੇ ਮੁਤਾਬਕ ਫਾਰਮਿੰਗ ਕਰ ਲਓ, ਕਰਕੇ ਵੇਖ ਲਓ ਸ਼ੌਕ। ਹੁਣਾ ਇਹ ਕੁਝ ਹੀ ਜੋ ਮੈਂ ਤੁਹਾਨੂੰ ਕਹਿਤਾ, ਬੱਕਰੀ ਫਾਰਮਿੰਗ ਤੁਸੀਂ ਬੱਕਰੀ ਦਾ ਖਰਚਾ 100 ਰੁਪਏ ਤੋਂ ਅਗਰ ਉੱਪਰ ਚਲਾ ਗਿਆ ਤੇ ਫਿਰ ਇੱਕ ਤਰੀਕੇ ਨਾਲ ਤੁਸੀਂ ਕਾਮਯਾਬ ਹੋ। ਉਹ ਅਗਲਾ ਸੁਣ ਲਓ। ਉਹ ਫਿਰ ਤੁਸੀਂ ਪਤਾ ਕੀ ਕਰਨਾ? ਤੁਸੀਂ ਕਹਿਣਾ ਜਿਹੜੀ ਸਾਡੀ ਇਹ ਬੱਕਰੀ ਹੈ ਨਾ, ये बकरी ओदे ऐसे ऐसे कसीदे बयान करने हैं। तुसी कहना जी ये मारखोर को क्रॉस हुई सी, ये जी हरण को क्रॉस हुई सी, ये जी फलाने को क्रॉस हुई सी जी। रज के झूठ बोलना है ना, 30 किलो दुध दे जाएगी, ये इन्ने किलो दुध दे जाएगी। बच्चियां दी ते जदों सूना शुरू हुंदी है 1.5 महीना सूंदी ही रहिंदी है।
ਵੀ ਝੂਠ ਹੀ ਬੋਲਣਾ ਨਾ। ਜੀ ਤੁਸੀਂ ਉਹ ਝੂਠ ਬੋਲੋ, ਅੱਗੋਂ ਜਿਹੜਾ ਗਾਹਕ ਆ ਤੁਹਾਡਾ ਉਹ ਤੁਹਾਡੀ 30,000 ਵਾਲੀ ਸ਼ੈ ਜਿਹੜੀ ਆ 3 ਲੱਖ ਦੀ ਲੈ ਜਾਵੇ, ਫੇਰ ਤੇ ਤੁਸੀਂ ਬਚ ਸਕਦੇ ਹੋ, ਅਦਰਵਾਈਜ਼ ਨਹੀਂ ਬਸ। ਅੱਛਾ ਸਰ, ਐਂਡ ਦੇ ਉੱਤੇ ਇੱਕ ਕੁਐਸਚਨ ਦਾ ਜਵਾਬ ਦਿੰਦੇ ਆ ਸਰ। ਟੇਡੀ ਫਾਰਮਿੰਗ ਤੇ ਦੂਸਰੀ ਫਾਰਮਿੰਗ, ਸਰ ਟੇਡੀ ਬੱਕਰੀ ਦਾ ਵੀ ਬੜਾ ਇੱਕ ਕ੍ਰੇਜ਼ ਹੈ ਲੋਕਾਂ ਨੂੰ। ਹਾਂਜੀ, ਲੋਕ ਸਮਝਦੇ ਜੀ ਟੇਡੀ ਬੱਕਰੀ ਲਿਆਓ ਜੀ, ਉਹ 4 ਬੱਚੇ ਦਿੰਦੀ ਹੈ, 3 ਬੱਚੇ ਦਿੰਦੀ ਹੈ ਤੇ ਫਾਰਮ ਭਰ ਦਿੰਦੀ ਹੈ। ਅਗਰ 50 ਤੁਸੀਂ ਬੱਕਰੀ ਲਿਆਓ ਤਾਂ ਸਾਲ ਬਾਅਦ ਤੁਹਾਡੇ ਕੋਲ 200 250 ਬੱਕਰੀ ਹੋ ਜਾਂਦੀ। ਤੇ ਦੇਸੀ ਬੱਕਰੀ ਜਿਹੜੀ, ਥੋੜਾ ਜਿਹਾ ਇਸ ਉੱਤੇ ਲੋਕਾਂ ਨੂੰ ਗਾਈਡ ਕਰ ਦਿਓ ਸਰ। ਜਿਹੜੀ ਦੇਸੀ ਬੱਕਰੀ ਆ ਇਹਦੇ 'ਚ ਇੱਕ ਪਲੱਸ ਪੁਆਇੰਟ ਹੈਗਾ ਵਾ, ਜਿਹੜੀ ਤੁਸੀਂ ਗੱਲ ਕੀਤੀ ਆ ਉਹ ਮੁਕੰਮਲ ਨਹੀਂ ਠੀਕ, ਲੇਕਿਨ ਇੰਨੀ ਕੁ ਠੀਕ ਹੈ ਕਿ ਟੈਡੀ ਬੱਕਰੀ ਮੈਂ ਤਕਰੀਬਨ ਸਾਲ ਤੋਂ ਜ਼ਿਆਦਾ ਹੋ ਗਈ ਰੱਖੀ ਆ, ਇਹ ਸਾਂਭਣੀ ਸੌਖੀ ਆ। ਅੱਛਾ, ਨਖਰਾ ਇਹਦਾ ਬਿਲਕੁਲ ਨਾ ਹੋਣ ਦੇ ਬਰਾਬਰ ਹੈ। ਅੱਛਾ, ਇਹਨੂੰ ਹੈਲਪ ਦੀ ਜ਼ਰੂਰਤ ਬਹੁਤ ਘੱਟ ਪੈਂਦੀ ਹੈ। ਅੱਛਾ, 3-3 ਦਿਨ ਹੁਣ ਵੱਡੀ ਬੱਕਰੀ ਸੂੰਦੀ 3-3 ਦਿਨ ਗੋਡੇ ਤੇ ਰੱਖ ਕੇ ਬੱਚੇ ਨੂੰ ਦੁੱਧ ਪਿਆਉਣਾ ਪੈਂਦਾ। ਅੱਛਾ, ਇਹਦਾ 15 ਮਿੰਟਾਂ ਬਾਅਦ ਉੱਠ ਕੇ ਉਹ ਸਕੂਟਰ ਜਿਹਾ ਆਪ ਹੀ ਪੀਣ ਲੱਗ ਪੈਂਦਾ। ਜ਼ਬਰਦਸਤ। ਸਕੇਅਰ ਨਹੀਂ ਮੰਗਦੀ। ਲੇਕਿਨ ਇੱਕ ਨੈਗੇਟਿਵ ਪੁਆਇੰਟ ਹੈ, ਜੀ ਜੀ, ਉਹ ਇਹ ਹੈ ਕਿ ਕੁਰਬਾਨੀ ਤੱਕ ਅਗਰ ਲਿਜਾਣਾ ਜੀ, ਤੇ ਜੋ ਰੇਟ ਦੋਗਲੀ ਬੱਕਰੀ ਦਾ ਬੱਚਾ ਵਟਾ ਦਿੰਦਾ ਉਹ ਫਿਰ ਇਹਦੇ ਵੱਸ ਦਾ ਰੋਗ ਨਹੀਂ। ਸਮਝ ਗਏ ਹੋ? ਬਸ ਇਹ ਦੋਨਾਂ ਚ ਮੇਨ ਫਰਕ। ਮਤਲਬ ਹੈ ਕਿ ਅਗਰ ਕਿਸੇ ਨੇ ਸ਼ਾਰਟ ਟਾਈਮ ਕਰਨਾ ਹੈ, ਹਾਂਜੀ ਹਾਂਜੀ, ਮਤਲਬ ਹੈ ਕਿ ਕੋਈ 5-6 ਮਹੀਨੇ ਦਾ ਬੱਚਾ ਸੇਲ ਕਰ ਦੇਵੇ ਗੋਸ਼ਤ ਦੇ ਰੇਟ ਦੇ ਉੱਤੇ, ਹਾਂਜੀ ਹਾਂਜੀ, ਉਸ ਵਾਸਤੇ ਟੇਡੀ ਫਾਰਮਿੰਗ ਦੀ ਬੈਸਟ ਹੈਗੀ। ਅਗਰ ਕਿਸੇ ਨੇ ਕੁਰਬਾਨੀ ਲੈ ਕੇ ਜਾਣਾ ਹੈ ਜਾਂ ਸ਼ੌਕ ਕਰਨਾ ਹੈ, ਜ਼ਿਆਦਾ ਪੈਸਾ ਲਾਣਾ ਹੈ, ਉਹ ਫਿਰ ਦੂਜੀ ਫਾਰਮਿੰਗ। ਲੇਕਿਨ ਮੈਂ ਇਹਨੂੰ ਤਾਂ ਪਲੱਸ ਇਹਨਾਂ ਪੁਆਇੰਟ ਦੇਣਾ ਨਾ ਕਿ ਪਾਕਿਸਤਾਨ ਦੇ ਵਿੱਚ ਇਸਲਾਮੀ ਮਮਾਲਕ ਜਿਹੜਾ ਅਸੀਂ ਕੁਰਬਾਨੀ ਕਰਦੇ ਹਾਂ, ਉਹ ਇੱਕ ਦੀ ਬੈਸਟ ਟਾਈਮ ਹੁੰਦਾ ਪੈਸੇ ਕਮਾਉਣ ਦਾ ਨਾ ਬੱਕਰੇ ਦੇ ਵਿੱਚੋਂ। ਉਹ ਫਿਰ ਟੈਡੀ ਜਿਹੜਾ ਉਹ ਨਾ ਕੁਰਬਾਨੀ ਤੇ ਚੱਸ ਨਹੀਂ ਕਰਾਉਂਦਾ, ਉਹ ਮੈਂ ਮਾਰਕੀਟ ਨੂੰ ਮੀਟ ਨਹੀਂ ਕਰਦਾ। ਹਾਂਜੀ, ਸਟੈਂਡਰਡ ਜਿਹੜਾ ਲੋਕ ਅੱਛਾ ਵੱਡਾ ਬੱਕਰਾ ਵੇਖ ਕੇ ਲੈਂਦੇ ਨੇ। ਹਾਂਜੀ ਜੀ ਜੀ, ਜ਼ਬਰਦਸਤ ਹੋ ਗਿਆ ਸਰ। ਐਂਡ ਦੇ ਉੱਤੇ ਸਰ ਨਵੀਂ ਯੂਥ ਜਿਹੜੀ ਤੁਹਾਨੂੰ ਵੇਖਦੀ ਹੈ ਸਰ, ਸੁਣਦੀ ਹੈ, ਸਾਡੇ ਚੈਨਲ ਤੇ ਮਾਸ਼ਾਅੱਲਾ ਤੁਹਾਡੀ ਬੜੀ ਫੈਨ ਫਾਲੋਇੰਗ ਹੈ, ਬੜੇ ਫੈਨ ਨੇ ਤੁਹਾਡੇ ਆਪਣੇ ਚੈਨਲ ਤੇ, ਲੋਕ ਬਹੁਤ ਤੁਹਾਨੂੰ ਫਾਲੋ ਕਰਦੇ ਨੇ ਸਰ। ਕੀ ਪਰ ਉਸ ਚੈਨਲ ਦਾ ਨਾਂ ਨਾ ਦੱਸਿਓ ਤੁਸੀਂ। ਸਾਰਿਆਂ ਨੂੰ ਪਤਾ ਚਿਸ਼ਤੀਆ ਗੋਟ ਫਾਰਮ ਤੁਹਾਡੇ ਨਾਂ, ਗੋਟ ਫਾਰਮ ਦੇ ਨਾਂ ਤੋਂ ਹੀ ਚੈਨਲ ਹੈ। ਅੱਛਾ ਜੀ, ਬੜੀ ਮਿਹਰਬਾਨੀ। ਤੇ ਪਹਿਲੇ ਅਸੀਂ ਸ਼ੁਰੂ ਹੀ ਕੀਤਾ ਤੁਹਾਡੇ। ਵੈਸੇ ਦਲੀਲ ਤੁਹਾਡੀ ਕਾਮਯਾਬ ਹੈ, ਗੇਟ ਤੋਂ ਵੀ ਸ਼ੁਰੂ ਕੀਤਾ। ਅੱਛਾ, ਤੇ ਸਰ ਕੀ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਸਰ? ਯੂਥ ਨੂੰ ਸਰ ਜੀ ਆਪਣਾ ਸਰ ਨਿਚੋੜ ਦੇਣਾ ਜਿਹੜਾ ਤੁਹਾਡਾ ਸਰ ਜੀ, ਯੂਥ ਨੂੰ ਇੱਕੋ ਮੈਸੇਜ ਦਾਂਗਾ। ਜੀ, ਇੱਕ ਝੂਠਾ ਪ੍ਰੋਟੋਕੋਲ ਹੈ ਜਿਹਦੇ ਚ ਤੁਸੀਂ ਘਿਰੇ ਹੋਏ ਆ, ਜੀ, ਉਹ ਹੈਗਾ ਚਿੱਟੇ ਕੱਪੜਿਆਂ ਦਾ, ਜੀ, ਸਾਫ਼ ਸੁਥਰੇ ਰਹਿਣ ਦਾ, ਜੀ, ਕਿ ਸਾਡੇ ਕੱਪੜੇ ਮੈਲੇ ਨਾ ਹੋਣ। ਜੀ ਯਾਰੋ, ਕੱਪੜੇ ਮੈਲੇ ਜਿਹੜੇ ਆ ਨਾ, ਕੱਪੜੇ ਮੈਲੇ, ਜੀ, ਇਹਨਾਂ ਦੇ ਚੱਕਰ ਚ ਆਪਣਾ ਕਿਰਦਾਰ ਮੈਲਾ ਨਾ ਕਰੋ। ਕਿਰਦਾਰ ਮੈਲੇ ਦੇ ਵਿੱਚ ਕੀ ਚੀਜ਼ ਹੁੰਦੀ? ਅੱਲਾ ਨੇ ਤੁਹਾਨੂੰ ਜਵਾਨੀ ਦਿੱਤੀ ਹੋਵੇ, ਤੰਦਰੁਸਤੀ ਦਿੱਤੀ ਹੋਵੇ, ਤੇ ਤੁਸੀਂ 20-25 ਸਾਲ 30 ਸਾਲ ਦੀ ਉਮਰ ਚ ਵੀ ਪਿਓ ਨੂੰ ਕਹਿਣ ਡਏ ਹੋਵੋ ਕੱਢ ਪੈਸੇ, ਤੇ ਮੇਰਾ ਖਿਆਲ ਹੈ ਕਿ ਇਹ ਬਹੁਤ ਵੱਡਾ ਜ਼ੁਲਮ ਹੈ। ਲਿਹਾਜ਼ਾ ਝੂਠੇ ਪ੍ਰੋਟੋਕੋਲ ਚੋਂ ਨਿਕਲੋ। ਕੰਮ ਦੇ ਟਾਈਮ ਜਾਂ ਇਦਾਂ ਲਗਾ ਲਓ ਕਿ ਸਾਡੇ ਇੱਥੇ ਇੱਕ ਪੰਜਾਬੀ ਦੀ ਮਿਸਾਲ ਹੈ ਵੀ ਚੂੜੇ ਬਣ ਕੇ ਕਮਾਓ, ਚੂੜੇ ਬਣ ਕੇ ਕਮਾਓ ਤੇ ਨਵਾਬ ਬਣ ਕੇ ਖਾਓ। ਜ਼ਬਰਦਸਤ। ਕੰਮ ਕਰ ਲੱਗਿਆ ਤੁਹਾਡੇ ਸਾਹਮਣੇ ਮੇਰੇ ਵੀ ਕੱਪੜੇ ਸੀ, ਆਪਣੇ ਝੂਠੇ ਪ੍ਰੋਟੋਕੋਲ ਚੋਂ ਨਿਕਲੋ। ਹੁਣ ਵੇਖੋ ਸਾਡਾ ਨੌਜਵਾਨ ਬਾਹਰ ਜਾ ਕੇ ਕੀ ਨਹੀਂ ਕਰਦਾ, ਸਾਰਾ ਕੁਝ ਕਰਦਾ। ਅਗਰ ਉਹ ਮੁਲਕ ਚ ਕਰ ਲੇ ਤੇ ਰੱਬ ਰੋਜ਼ੀ ਦੇ ਦੂ। ਬਸ ਇਹੀ ਪੈਗਾਮ ਹੈ, ਕੋਈ ਕੰਮ ਛੋਟਾ ਨਹੀਂ ਹੈਗਾ। ਝੂਠੇ ਪ੍ਰੋਟੋਕੋਲ ਚੋਂ ਬਾਹਰ ਨਿਕਲੋ, ਚਿੱਟੇ ਕੱਪੜਿਆਂ ਚੋਂ ਬਾਹਰ ਨਿਕਲੋ। ਕੰਮ ਦੇ ਟਾਈਮ ਲੇਬਰ ਡਰੈਸ ਪਾਓ, ਕੰਮ ਕਰੋ, ਤੁੰਨ ਕੇ ਕਰੋ। ਜਦੋਂ ਫਾਰਗ ਹੋ ਜਾਓ, ਨਹਾ ਧੋ ਕੇ ਬੋਦਾ ਵਾਹ ਕੇ ਜੋ ਕਰਨਾ ਕਰੋ, ਕੰਮ ਕਰੋ, ਵਿਹਲੇ ਨਾ ਫਿਰੋ। ਉਹ ਇੰਗਲਿਸ਼ ਦਾ ਕੀ ਮਕੂਲਾ, ਐਮਪੀਟੀ ਮਾਈਂਡ ਇਜ਼ ਦੀ ਵਰਕਸ਼ਾਪ ਆਫ ਡੈਵਲ, ਡੈਵਲਸ ਵਰਕਸ਼ਾਪ। ਹਾਂ, ਦੇਰ ਦਾ ਪੜਿਆ ਨਾ ਜੀ, ਹੁਣ ਤੇ ਸਾਡਾ ਸਿਲੇਬਸ ਹੀ ਚੇਂਜ ਹੋ ਗਿਆ ਜੀ। ਹਾਂਜੀ, ਜ਼ਬਰਦਸਤ ਸਰ, ਬਹੁਤ ਸ਼ੁਕਰੀਆ, ਥੈਂਕ ਯੂ ਸਰ।